ਪਿਆਰੇ ਕਿਸਾਨ ਵੀਰੋ, ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਕਈ ਦਹਾਕਿਆਂ ਤੋਂ ਤੁਹਾਡੇ ਲਈ ਤਕਨੀਕੀ ਗਿਆਨ ਪ੍ਰਦਾਨ ਕਰਦਾ ਆ ਰਿਹਾ ਹੈ। ਸੋ ਤੁਹਾਡੇ ਤਕਨੀਕੀ ਗਿਆਨ ਦੇ ਵਿੱਚ ਵਾਧਾ ਕਰਨ ਲਈ ਇੱਕ ਨਵਾਂ ਵਿਸ਼ਾ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਚੁਣਿਆ ਹੈ। ਵਿਸ਼ਾ ਹੈ ਵਣ ਖੇਤੀ। ਇਸ ਵਿਸ਼ੇ ਸੰਬੰਧੀ ਜਾਣਕਾਰੀ ਦੇਣ ਲਈ ਅੱਜ ਅਸੀਂ ਸਾਡੇ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਹੈ। ਮੇਰੇ ਨਾਲ ਬੈਠੇ ਨੇ ਡਾਕਟਰ ਕ੍ਰਿਸ਼ਨ ਲਾਲ ਜੀ, ਜਿਹੜੇ IFS ਨੇ, ਵਣਪਾਲ ਨੇ, ਬਿਸਤ ਸਰਕਲ ਦੇ ਜ਼ਿਲ੍ਹਾ ਜਲੰਧਰ ਤੋਂ ਤਸ਼ਰੀਫ ਲੈ ਕੇ ਆਏ ਨੇ। ਦੋਸਤੋ, ਪ੍ਰੋਗਰਾਮ ਸਿੱਧੇ ਤੌਰ 'ਤੇ ਪ੍ਰਸਾਰਣ ਹੋ ਰਿਹਾ ਹੈ। ਤੁਸੀਂ ਵੀ ਸਾਡੇ ਨਾਲ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ ਆਪਣੇ ਮਨ ਦੇ ਸ਼ੰਕੇ ਲੈ ਕੇ। ਸੋ ਫੋਨ ਨੰਬਰ ਨੋਟ ਕਰ ਲਵੋ 0181 281 4261। ਦੂਸਰਾ ਫੋਨ ਨੰਬਰ ਹੈ 0181 281 4264। ਦੋਸਤੋ, ਸਾਨੂੰ ਤੁਹਾਡੀਆਂ ਫ਼ੋਨ ਕਾਲਸ ਦਾ ਇੰਤਜ਼ਾਰ ਰਹੂਗਾ। ਉਹਨਾਂ ਚਿਰ ਆਏ ਹੋਏ ਮਹਿਮਾਨਾਂ ਤੋਂ ਇਸ ਵਿਸ਼ੇ ਸੰਬੰਧੀ ਜਾਣਕਾਰੀ ਲੈਣੀ ਸ਼ੁਰੂ ਕਰਦੇ ਹਾਂ। ਡਾਕਟਰ ਕ੍ਰਿਸ਼ਨ ਲਾਲ ਜੀ, ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ। ਸ਼ੁਕਰੀਆ। ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਵਣ ਖੇਤੀ ਦੀ, ਸਭ ਤੋਂ ਪਹਿਲਾਂ ਸਾਡੇ ਕਿਸਾਨ ਵੀਰਾਂ ਨੂੰ ਇਹੀ ਦੱਸ ਦਿਓ ਕਿ ਵਣ ਖੇਤੀ ਕੀ ਹੈ। ਕੀ ਇਹ ਕੁਦਰਤੀ ਜੰਗਲਾਂ ਨਾਲੋਂ ਫਰਕ ਹੈ ਇਸ ਦਾ? ਵਣ ਖੇਤੀ, ਜਿਵੇਂ ਇਸ ਨਾਮ ਤੋਂ ਸਪਸ਼ਟ ਹੈ ਕਿ ਵਣਾਂ ਦੀ ਖੇਤੀ। ਕੁਦਰਤੀ ਜੰਗਲ ਉਹ ਇੱਕ ਹੋਰ ਤਰ੍ਹਾਂ ਦੀ ਚੀਜ਼ ਹੈ ਕਿ ਆਪਣੇ ਆਪ ਉਹ ਹੁੰਦੇ ਹਨ। ਉਹ 'ਚ ਕਈ ਕਿਸਮਾਂ ਹੁੰਦੀਆਂ ਹਨ। ਉਹ ਆਪਣੀ ਚਾਲ ਨਾਲ ਹੀ ਚੱਲਦੇ ਹਨ। ਉਹਨਾਂ ਦੀ ਕੋਈ ਦੇਖਭਾਲ ਕਰੇ ਨਾ ਕਰੇ, ਉਹ ਇੱਕ ਨੈਚੁਰਲ ਜਾਂ ਕੁਦਰਤੀ ਜੰਗਲ ਬਣਦਾ ਹੈ। ਲੇਕਿਨ ਇਸ ਵਿੱਚ ਉਹਨਾਂ 'ਚੋਂ ਹੀ ਕੁਝ ਚੀਜ਼ਾਂ ਲੈ ਕੇ, ਜਿੱਦਾਂ ਖੇਤੀ ਵਾਲਿਆਂ ਨੇ ਪਹਿਲਾਂ ਦੀਆਂ ਚੀਜ਼ਾਂ 'ਚੋਂ ਕਣਕ ਲੈ ਕੇ ਹੋਰ ਉਹਨਾਂ ਦੀ ਖੇਤੀ ਸ਼ੁਰੂ ਕੀਤੀ, ਇਹਨਾਂ 'ਚੋਂ ਉਹ ਚੀਜ਼ਾਂ ਲੈ ਕੇ ਉਹਨਾਂ ਦੀ ਖੇਤੀ ਸ਼ੁਰੂ ਕਰਦੇ ਆ ਜੀ। ਉਹਨਾਂ ਜ਼ਮੀਨਾਂ 'ਤੇ ਵੀ ਜਿਨ੍ਹਾਂ 'ਤੇ ਖੇਤੀ ਹੁੰਦੀ ਹੈ, ਤਾਂ ਕਿ ਇਹ ਜਿਹੜੀ ਹੈ ਵਣ ਖੇਤੀ ਉਹ ਉਸ ਨੈਚੁਰਲ ਜਿਹੜੀ ਹੈਗੀ ਹੈ ਖੇਤੀ ਨਾਲੋਂ ਇਸ ਕਰਕੇ ਵੱਖ ਹੁੰਦੀ ਹੈ। ਬਿਲਕੁਲ ਜੀ। ਤੁਸੀਂ ਦੱਸਿਆ ਕਿ ਕੁਦਰਤੀ ਜੰਗਲ ਨੇ ਜਿਹੜੇ, ਉਹਨਾਂ ਨਾਲੋਂ ਵਣ ਖੇਤੀ ਕਾਫੀ ਭਿੰਨਤਾ ਰੱਖਦੀ ਹੈ। ਸੋ ਇਹਦੇ ਵਿੱਚ ਉਹ ਤਾਂ ਆਪ ਮੁਹਾਰੇ ਜਿਹੜਾ ਕੁਦਰਤੀ ਜੰਗਲ ਆ ਹੋ ਜਾਂਦਾ ਹੈ। ਜਿਹੜੀ ਵਣ ਖੇਤੀ ਉਹਨੂੰ ਸ਼ੇਪ ਦਿੱਤੀ ਜਾਂਦੀ ਹੈ, ਇਹਨੂੰ ਉਗਾਇਆ ਜਾਂਦਾ ਹੈ। ਕਿਸਾਨ ਵੀਰੇ ਦੀ ਦੇਖਭਾਲ ਵੀ ਕਰਦਾ, ਤੋ ਕਟਾਈ ਵੇਲੇ ਉਹਦੇ ਦਰਖਤਾਂ ਦੀ ਕਟਾਈ ਵੀ ਕਰਦਾ। ਸੋ ਜੇ ਅਸੀਂ ਗੱਲ ਕਰੀਏ ਇਹ ਵਣ ਖੇਤੀ ਦੀ ਕਿਉਂ ਲੋੜ ਪਈ, ਕਿਉਂ ਜ਼ਰੂਰਤ ਹੈ ਜੀ? ਇਹ ਬਦਲਦੇ ਰੂਪ ਵਿੱਚ ਜਾਂ ਬਦਲਦੇ ਕਹਿ ਲਓ ਵੀ ਮੌਸਮ ਵੀ ਬਦਲਿਆ, ਹਰ ਗੱਲ ਵਿੱਚ ਬਦਲਾਅ ਆ ਰਹੇ ਹਨ। ਉਹਨੂੰ ਮੁੱਖ ਰੱਖਦੇ ਹੋਏ ਇਹ ਜਿਹੜੇ ਜੰਗਲ ਹਨ, ਇਹ ਵੀ ਇਹਨਾਂ ਦੀ ਮਾਰ ਹੇਠ ਹਨ। ਬਦਲਦੇ ਸਿਨੈਰੀਓ 'ਚ ਕਲਾਈਮੇਟ ਚੇਂਜ ਇਹਨੂੰ ਆਪਾਂ ਕਹਿੰਦੇ ਹਨ। ਅਤੇ ਦੂਸਰਾ, ਆਪਣੀਆਂ ਫਸਲਾਂ, ਆਪਣਾ ਆਲਾ ਦੁਆਲਾ ਸਭ ਚੇਂਜ ਹੋ ਰਿਹਾ। ਉਹਨੂੰ ਦੇਖਦੇ ਹੋਏ ਇਸ ਖੇਤੀ ਦੀ ਜਿਹੜੀ ਹੈ, ਆਪਾਂ ਨੋਰਮਲ ਖੇਤੀ ਕਰਦੇ ਹਾਂ, ਉਹਦੇ ਵਿੱਚ ਵਿਭਿੰਨਤਾ ਲਿਆਉਣ ਲਈ ਇਹਦੀ ਵਣ ਖੇਤੀ ਦੀ ਬਹੁਤ ਲੋੜ ਪਈ, ਕਿ ਤਾਂ ਕਿ ਉਹ ਇਕੱਲੀ ਪਿਓਰ ਖੇਤੀ ਦੇ ਨਾਲ ਵਣ ਵੀ ਉਗਾਏ ਜਾਣ ਜਾਂ ਇਕੱਲੇ ਵੀ ਉਗਾਏ ਜਾਣ ਜਾਂ ਉਹਦੇ ਨਾਲ ਉਗਾਏ ਜਾਣ, ਤਾਂ ਕਿ ਦੋਨੋਂ ਚੀਜ਼ਾਂ ਨਾਲ ਚੱਲਣ ਅਤੇ ਇਨਕਮ ਨੂੰ ਸਪਲੀਮੈਂਟ ਕਰ ਸਕਣ, ਲੋਕਾਂ ਦੀ ਜਿਹੜੀ ਹੈ ਇਨਕਮ ਹੋ ਸਕੇ। ਦੂਸਰਾ, ਖੇਤੀ ਵਿੱਚ ਤੁਹਾਨੂੰ ਪਤਾ ਬਹੁਤ ਧਿਆਨ ਦੇਣਾ ਪੈਂਦਾ ਹੈ। ਕਦੋਂ ਉਗਾਉਣੀ ਹੈ, ਫਿਰ ਉਹਨੂੰ ਪਾਣੀ ਦੇਣਾ, ਦਵਾਈ ਦੇਣੀ, ਇਹ ਕਰਨਾ, ਇਹ ਉਹ ਚੀਜ਼ਾਂ ਇਹਦੇ ਵਿੱਚ ਘੱਟ ਨੇ। ਉਹਦੇ ਮਤਲਬ ਕਿ ਜੰਗਲਾਤ ਵਿੱਚ ਇਹ ਜਿਹੜੀ ਖੇਤੀ ਕਰਾਂਗੇ, ਇਹਦੇ ਵਿੱਚ ਓਨਾ ਧਿਆਨ ਨਹੀਂ ਦੇਣਾ ਪੈਂਦਾ ਅਤੇ ਤੁਹਾਨੂੰ ਇਨਕਮ ਓਨੀ ਹੀ ਮਿਲ ਜਾਂਦੀ ਹੈ। ਇਸ ਕਰਕੇ ਦੀ ਲੋੜ ਪੈਂਦੀ ਹੈ। ਸੋ ਬਿਲਕੁਲ ਦੋਸਤੋ, ਜਿਵੇਂ ਸਾਨੂੰ ਕ੍ਰਿਸ਼ਨ ਲਾਲ ਜੀ ਨੇ ਦੱਸਿਆ ਕਿ ਬਦਲਦੇ ਸੰਦਰਭ ਦੇ ਵਿੱਚ ਜੇ ਅਸੀਂ ਲਗਾਤਾਰ ਫਸਲਾਂ ਲਗਾਈ ਜਾਂਦੇ ਹਾਂ ਖੇਤੀ ਯੋਗ, ਉਹਦੇ ਵਿੱਚ ਅਸੀਂ ਜੇ ਜੰਗਲਾਤ ਮਹਿਕਮੇ ਦੇ ਕੁਛ ਨਾ ਕੁਝ, ਜਿਹੜੀ ਜੰਗਲਾਤ ਵਿਭਾਗ ਸਾਨੂੰ ਦਰਖਤ ਦਿੰਦਾ ਆ, ਬੂਟੇ ਦਿੰਦਾ, ਉਹ ਅਸੀਂ ਉਹਦੇ ਵਿੱਚ ਲਗਾ ਲੈਂਦੇ ਹਾਂ, ਤਾਂ ਸਾਡੀ ਆਮਦਨ ਦੇ ਵਿੱਚ ਵੀ ਵਾਧਾ ਹੋ ਜਾਂਦਾ ਆ। ਸੋ ਉਹਨੂੰ ਜ਼ਿਆਦਾ ਦੇਖਭਾਲ ਵੀ ਕਰਨ ਦੀ ਲੋੜ ਨਹੀਂ, ਆਮਦਨ ਦੇ ਵਿੱਚ ਵਾਧਾ। ਸੋ ਇਹ ਬਹੁਤ ਜ਼ਰੂਰੀ ਗੱਲ ਸੀ ਅਤੇ ਇਹਦੇ ਲਈ ਹੀ ਸਾਨੂੰ ਵਣ ਖੇਤੀ ਵੱਲ ਆਉਣਾ ਪੈਂਦਾ ਹੈ। ਸੋ ਜੇ ਅਸੀਂ ਗੱਲ ਕਰੀਏ ਜੀ ਅੱਗੇ ਵਣ ਖੇਤੀ ਹੇਠ ਰਕਬੇ ਦੀ, ਪੰਜਾਬ ਦੇ ਵਿੱਚ ਕਿੰਨਾ ਕੁ ਹੈ ਅਤੇ ਕਿੰਨਾ ਕੁ ਵਧਾਉਣ ਦੀ ਲੋੜ ਹੈ? ਦੇਖੋ, ਪੰਜਾਬ ਵਿੱਚ ਜਿਹੜਾ ਅਸੀਂ ਵਣਾਂ ਦੀ ਰਕਬਾ ਕਹਿੰਦੇ ਹਾਂ, ਉਹ ਸਮੁੱਚੇ ਤੌਰ 'ਤੇ 6% ਜਾਂ ਉਸ ਤੋਂ ਥੋੜ੍ਹਾ ਉੱਪਰ ਹੈ ਜੀ। ਲੇਕਿਨ ਨੈਚੁਰਲ ਜਾਂ ਕੁਦਰਤੀ ਜੰਗਲਾਂ ਨੂੰ ਕੱਢੀਏ ਤਾਂ ਬਾਕੀ ਸਾਰੀ, ਆਪਾਂ ਇਹਨੂੰ ਅੰਗਰੇਜ਼ੀ 'ਚ TOF ਕਹਿ ਦਿੰਦੇ ਹਾਂ, ਜੰਗਲਾਂ ਤੋਂ ਇਲਾਵਾ ਜਿਹੜਾ ਰਕਬਾ, ਟਰੀ ਆਊਟਸਾਈਡ ਫੋਰੈਸਟ, ਉਹ ਜਿੰਨਾ ਆਪਾਂ ਵਧਾ ਲੈਂਦੇ ਹਾਂ, ਉਹ ਸਾਡੀ ਇਸ ਪਰਸੈਂਟੇਜ ਨੂੰ ਵਧਾਉਂਦਾ ਹੈ ਜੀ। ਕਿਉਂਕਿ ਸਾਡਾ ਟੀਚਾ ਹੈ ਨੈਸ਼ਨਲ ਪਾਲਿਸੀ ਦੇ ਹਿਸਾਬ ਨਾਲ ਵੀ ਅਸੀਂ 33% ਨਹੀਂ ਤਾਂ 20 ਤੱਕ ਤਾਂ ਜ਼ਰੂਰ ਜਾਈਏ। ਹੁਣ ਅਸੀਂ ਕਹਿੰਦੇ 15 ਤੱਕ ਜ਼ਰੂਰ ਪਹੁੰਚੀਏ, 15% ਜਾਈਏ। ਉਹ ਇਹ ਰਕਬਾ ਹੀ ਉਹਨੂੰ ਵਧਾਏਗਾ। ਜਿੰਨਾ ਇਹ ਜ਼ਿਆਦਾ ਕਰਾਂਗੇ ਉਨਾ ਹੀ ਉਹ ਰਕਬਾ ਸਾਡਾ ਵਧੇਗਾ।
ਅਸੀਂ ਆਪਣੇ ਮਹਿਕਮੇ 'ਚ ਆਪਣਾ ਰਕਬਾ ਵੀ ਵਧਾ ਰਹੇ ਹਾਂ, ਕੁਛ ਨਵਾਂ ਏਰੀਆ ਖਰੀਦ ਰਹੇ ਹਨ, ਲੇਕਿਨ ਇਹ ਉਸ ਤੋਂ ਇਲਾਵਾ ਜਿੰਨਾ ਰਕਬਾ ਜਿਹੜਾ ਲੋਕਾਂ ਦਾ ਵੀ ਇਹਦੇ ਅੰਡਰ ਆਏਗਾ, ਇਹਦੇ ਅਧੀਨ ਆਏਗਾ, ਉਹ ਸਾਡੇ ਉਸ ਰਕਬੇ ਨੂੰ ਵਧਾਏਗਾ। ਬਿਲਕੁਲ ਜੀ। ਡਾਕਟਰ ਕ੍ਰਿਸ਼ਨ ਲਾਲ ਜੀ, ਮਹਿਕਮੇ ਵੱਲੋਂ ਕੀ ਉਦਮ ਇਸ ਰਕਬੇ ਨੂੰ ਵਧਾਉਣ ਲਈ ਕੀਤੇ ਜਾ ਰਹੇ ਆ? ਕਿਵੇਂ ਵਧਾਇਆ ਜਾ ਸਕਦਾ ਇਹ ਰਕਬਾ, ਇਹਦੀ ਸੰਬੰਧੀ ਚਾਨਣਾ ਪਾਓ। ਇਹ ਸੈਂਟਰ ਦੀ ਹੁਣ ਇੱਕ ਸਕੀਮ ਆਈ ਹੈ RKBY ਜੀ, ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ। ਉਹਦੇ ਵਿੱਚ ਮੁੱਢਲੇ ਤੌਰ ਤੇ ਜ਼ੋਰ ਹੀ ਇਸ ਗੱਲ ਤੇ ਹੈ ਕਿ ਜਿਹੜੀ ਖੇਤੀ ਆਪਾਂ ਆਪ ਕਰ ਰਹੇ ਹਾਂ ਉਹਦੇ ਵਿੱਚ ਹੋਰ ਕੀ ਕੀਤਾ ਜਾ ਸਕਦਾ। ਉਹਦੇ ਅਧੀਨ ਹੀ ਸਾਨੂੰ ਇਹ ਹੁਣੇ ਹੀ ਨਵੀਂ ਸਕੀਮ ਹੈ ਕਿ ਜ਼ਿਮੀਂਦਾਰਾਂ ਨੂੰ ਜਿਹੜੇ ਵੀ ਬੂਟੇ ਉਹ ਮੰਗਦੇ ਹਨ ਆਪਣੇ ਜ਼ਮੀਨ 'ਚ ਲਾਉਣ ਲਈ, ਉਹ ਫ੍ਰੀ ਦਿੱਤੇ ਜਾਣ। ਇਹ ਹੁਣੇ ਸਕੀਮ ਸ਼ੁਰੂ ਹੋਈ ਹੈ, ਉਹਦੇ ਲਈ ਫ੍ਰੀ ਬੂਟੇ ਦੇ ਰਹੇ ਹਾਂ ਤਾਂ ਕਿ ਉਹ ਲਾਉਣ ਤੇ ਆਪਣਾ ਰਕਬਾ ਵਧਾਉਣ ਤੇ ਆਪਣੀ ਇਨਕਮ ਵਧਾਉਣ। ਬਿਲਕੁਲ ਦੋਸਤੋ, ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਚਲਾਈ ਜਾ ਰਹੀ ਹੈ, ਮਹਿਕਮੇ ਦੇ ਵਿੱਚ ਇਹ ਸਕੀਮ ਹੁਣ ਆ ਰਹੀ ਹੈ। ਇਹਦੇ ਤਹਿਤ ਸਾਨੂੰ ਕ੍ਰਿਸ਼ਨ ਲਾਲ ਜੀ ਨੇ ਦੱਸਿਆ ਕਿ ਫ੍ਰੀ ਬੂਟੇ ਆ ਜਿਹੜੇ ਉਹ ਦਿੱਤੇ ਜਾਣਗੇ। ਵਣ ਖੇਤੀ ਵਾਲੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਕੇ, ਹਾਂਜੀ ਬਿਲਕੁਲ, ਆਪਾਂ ਕਿਸਾਨ ਵੀਰਾਂ ਨੂੰ ਇਹ ਜ਼ਰੂਰ ਦੱਸੀਏ ਵੀ ਕਿੱਥੇ ਸੰਪਰਕ ਕਰਨ ਜ਼ਰੂਰੀ, ਪਹਿਲਾਂ ਇਹ ਕਿਹਨੂੰ ਸੰਪਰਕ ਕਰਨੇ ਬੂਟੇ ਲੈਣ ਲਈ? ਠੀਕ ਹੈ, ਇਹ ਸਾਡੀ ਸਟੇਟ ਵਿੱਚ ਸਾਡੇ ਮਹਿਕਮੇ ਦੀਆਂ ਰੇਂਜ ਪੱਧਰ ਬਹੁਤ ਛੋਟਾ ਪੱਧਰ ਹੁੰਦਾ, ਤਹਿਸੀਲ ਪੱਧਰ ਕਹਿ ਲਓ, ਉਸ ਤੋਂ ਉੱਪਰ ਡਿਸਟ੍ਰਿਕਟ ਵਾਈਜ਼ ਸਾਡੀਆਂ ਡਿਵੀਜ਼ਨਸ ਨੇ ਜਿੱਥੇ ਸਾਡੇ ਵਣ ਮੰਡਲ ਅਫਸਰ ਬਹਿੰਦੇ ਨੇ, ਉਹਨਾਂ ਨੂੰ ਸੰਪਰਕ ਕਰ ਲਓ। ਉਸ ਤੋਂ ਥੱਲੇ ਤਹਿਸੀਲ ਲੈਵਲ ਤੇ ਵਣ ਰੇਂਜ ਅਫਸਰ ਹਨ, ਉਹਨਾਂ ਨੂੰ ਬੁਕਿੰਗ ਕਰਵਾ ਦਿਓ। ਬੁਕਿੰਗ ਹੋਈ ਵੀ ਹੈ, ਡਿਮਾਂਡ ਜਿਹੜੀ ਆ ਉਸ ਸਪਲਾਈ ਸ਼ੁਰੂ ਹੋ ਚੁੱਕੀ ਆ, ਕਿਉਂਕਿ ਇਹ ਮੁੱਢਲਾ ਸਾਲ ਸੀ, ਪਹਿਲਾ ਸਾਲ ਸੀ, ਇਹ ਸ਼ੁਰੂਆਤ ਹੈ। ਇਹ ਹੌਲੀ ਹੌਲੀ ਵਧੇਗਾ, ਥੋੜ੍ਹੀਆਂ ਮੁਸ਼ਕਲਾਂ ਵੀ ਆ ਰਹੀਆਂ, ਥੋੜ੍ਹੀ ਡਿਲੇ ਵੀ ਹੋਏਗੀ, ਲੇਕਿਨ ਅਗਲੇ ਸਾਲ ਤੋਂ ਇਹ ਸਕੀਮ ਫੁੱਲ ਫਲੈਜ ਚੱਲੇਗੀ। ਇਸ ਸਾਲ ਵੀ ਜਿੰਨੀ ਬੁਕਿੰਗ ਇਹਨਾਂ ਨੇ ਕਰਾ ਦਿੱਤੀ ਹੈ, ਉਹਨਾਂ ਦੀ ਸ਼ੁਰੂਆਤ ਕਰਤੀ ਹੈ, ਉਹਦੀ ਸਪਲਾਈ ਸ਼ੁਰੂ ਹੋ ਗਈ ਹੈ। ਮੁੱਖ ਤੌਰ ਤੇ ਤਾਂ ਬੁਕਿੰਗ ਜਿਹੜੀ ਇਹਨਾਂ ਨੇ ਸਫੈਦੇ ਤੇ ਪੋਪੂਲਰ ਦੀ ਹੈਗੀ ਆ, ਉਹ ਕਰਵਾਈ ਹੈ, ਔਰ ਉਹਦੀ ਸਪਲਾਈ ਫ੍ਰੀ ਕੀਤੀ ਜਾ ਰਹੀ ਹੈ। ਇਹ ਉੱਥੇ ਜਾ ਕੇ ਆਪਣੀ ਜਿਹਦੀ ਬੁਕਿੰਗ ਨਹੀਂ ਹੋਈ ਕਰਵਾ ਦੇ ਤਾਂ ਕਿ ਉਹਨੂੰ ਆਉਣ ਵਾਲੇ ਟਾਈਮ ਵਿੱਚ ਮਿਲ ਜਾਏ। ਪੋਪੂਲਰ ਹੁਣ ਅੱਗੇ ਲੱਗਣਾ, ਉਹਦੀ ਵੀ ਉਹ ਬੁਕਿੰਗ ਕਰਵਾ ਦੇਣ ਤੇ ਉਹਨਾਂ ਨੂੰ ਮਿਲ ਜਾਣਗੇ। ਬਿਲਕੁਲ ਦੋਸਤੋ, ਤੁਹਾਡੇ ਨੇੜੇ ਜਿਹੜੀ ਵੀ ਕੋਈ ਜੰਗਲਾਤ ਮਹਿਕਮੇ ਦੀ ਨਰਸਰੀ ਹੈ, ਤੁਸੀਂ ਉੱਥੇ ਜਾ ਕੇ ਨਰਸਰੀ ਦੇ ਵਿੱਚ ਤੁਸੀਂ ਅਧਿਕਾਰੀਆਂ ਨੂੰ ਮਿਲ ਕੇ ਜਿੰਨਾ ਤੁਸੀਂ ਰਕਬਾ ਲਗਾਉਣਾ ਚਾਹੁੰਦੇ ਹੋ ਉਹਨੇ ਬੂਟੇ ਬੁੱਕ ਕਰਵਾ ਦਿਓ, ਤਾਂ ਜੋ ਤਿਆਰ ਕਰਕੇ ਉਹ ਬੂਟੇ ਤੁਹਾਨੂੰ ਸਮੇਂ ਸਿਰ ਦਿੱਤੇ ਜਾਣ। ਜੇ ਹੋ ਸਕੇ ਤਾਂ ਵਿਭਾਗ ਤੁਹਾਨੂੰ ਇਹ ਜੇ ਸਕੀਮ ਸਹੀ ਚੱਲਦੀ ਹੈ ਤਾਂ ਫ੍ਰੀ ਵੀ ਦਿੱਤੇ ਜਾਣਗੇ। ਜੇ ਅਸੀਂ ਗੱਲ ਕਰੀਏ ਜੀ ਇਹਨਾਂ ਨੂੰ ਦਰਖਤਾਂ ਨੂੰ ਲਗਾਉਣ ਦੀ, ਕਿਸਾਨ ਵੀਰ ਮੰਨ ਲਓ 1 ਏਕੜ ਦੇ ਵਿੱਚ ਕੋਈ ਜੰਗਲਾਤ ਵਾਲੇ ਇਹ ਤੁਹਾਡੇ ਬੂਟੇ ਆ ਜਿਹੜੇ, ਚਾਹੇ ਉਹ ਸਫੈਦਾ ਭਾਵੇਂ ਉਹ ਪਾਪੂਲਰ ਆ, ਉਹ ਲਗਾ ਲੈਂਦਾ, ਕਿੰਨੇ ਚਿਰ ਬਾਅਦ ਫਿਰ ਉਹਨੂੰ ਪੱਟ ਕੇ ਵੇਚਿਆ ਜਾ ਸਕਦਾ ਹੈ? ਤੇ ਕੀ ਉਹ ਜ਼ਮੀਨ ਬਾਅਦ ਦੇ ਵਿੱਚ ਖਰਾਬ ਤਾਂ ਨਹੀਂ ਕਰਦਾ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ, ਬਿਲਕੁਲ ਖਰਾਬ ਨਹੀਂ ਕਰਦਾ। ਪਹਿਲਾਂ ਇਹ ਮਿੱਥ ਸੀ ਕਿ ਸਫੈਦੇ ਨਾਲ ਪਾਣੀ ਘਟ ਜਾਂਦਾ ਹੈ, ਇਹ ਹੈ, ਲੇਕਿਨ ਰਿਸਰਚ ਜਿਹੜੀ ਹੋਈ ਆ ਉਹ 'ਚ ਪ੍ਰੂਵ ਕਰਤਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈ। ਮੁੱਖ ਤੌਰ ਤੇ ਸਫੈਦਾ ਜਿਹੜਾ ਉਹ 1000 ਬੂਟੇ ਪਰ ਹੈਕਟੇਅਰ, 400 ਬੂਟੇ ਕਹ ਲਓ ਪਰ ਕਿੱਲਾ, ਏਕੜ ਦੇ ਵਿੱਚ 3x3 ਤੇ ਲਾਣੇ ਨੇ, ਇਹ ਸਟੈਂਡਰਡ ਹੈ। ਲੇਕਿਨ ਉਹਨੂੰ ਚੇਂਜ ਕਰ ਸਕਦੇ ਆ, ਖੇਤੀ ਵਿੱਚ ਕਰਨੀ ਹੈ ਤੇ ਤੁਸੀਂ ਇੱਕ ਪਾਸਿਓਂ ਡਿਸਟੈਂਸ ਵਧਾ ਕੇ ਦੂਸਰੇ ਪਾਸਿਓਂ ਘਟਾ ਸਕਦੇ ਹੋ ਜੀ, ਤਾਂ ਕਿ ਉਹ 'ਚ ਟਰੈਕਟਰ ਚੱਲ ਸਕੇ ਤੇ ਮੁੱਢਲੇ ਕੁਝ ਸਾਲਾਂ 'ਚ ਉਹ ਫਸਲ ਵੀ ਲੈ ਸਕਦੇ ਹੋ ਜੇ ਕੋਈ ਚਾਹੇ। ਉਹ ਪਰਫੈਕਟ ਐਗਰੋ ਫੋਰੈਸਟਰੀ ਦਾ ਮਾਡਲ ਬਣ ਜਾਂਦਾ ਹੈ। ਇਕੱਲੇ ਜੇ ਲਾਉਣੇ ਆ ਤਾਂ 1000 ਹੋਏਗਾ। ਇਸੇ ਤਰ੍ਹਾਂ ਪੋਪੂਲਰ ਹੈ ਤੇ ਇਹਨਾਂ 'ਚ ਵੀ ਫਸਲ ਜਿਹੜੀ ਲੈਣੀ ਹੋਰ ਵੀ ਸੌਖੀ ਆ, ਕਿਉਂਕਿ ਇਹਦੇ ਪੱਤੇ ਜਿਹੜੇ ਆ ਉਹ ਸਰਦੀਆਂ 'ਚ ਬਿਲਕੁਲ ਝੜ ਜਾਂਦੇ ਆ ਪੋਪੂਲਰ ਦੇ, ਤੇ ਉਹ 'ਚ ਮੋਸਟਲੀ ਲੋਕੀ ਸਾਰੇ ਜਿਹੜੇ ਆ ਉਹ ਫਸਲਾਂ ਵੀ ਨਾਲ ਲੈਂਦੇ ਆ, ਉਹਨੂੰ ਵੇਚਦੇ ਆ, ਉਹਨਾਂ ਨੂੰ ਲਗਾਉਂਦੇ ਹਨ। ਤੇ ਇਸ ਤੋਂ ਇਲਾਵਾ ਇੱਕ ਤੀਸਰੀ ਸਪੀਸੀ ਹੈਗੀ ਹੈ ਬਰਮਾ ਡੇਕ, ਉਹ ਵੀ ਲਗਾਈ ਜਾ ਸਕਦੀ ਹੈ। ਹਾਲੇ ਉਹਦਾ ਇੰਨਾ ਨਹੀਂ ਹੈ, ਲੇਕਿਨ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ, ਉਹ ਮੰਗ ਵੀ ਕਰ ਰਹੇ ਆ, ਔਰ ਅਸੀਂ ਇਹਦਾ ਸਟਾਕ ਅੱਗੇ ਤੋਂ ਵਧਾ ਵੀ ਰਹੇ ਹਾਂ। ਲੇਕਿਨ ਜਿਹੜੇ ਦੂਜੀਆਂ 2 ਸਪੀਸੀ ਆ ਕਿਸਮਾਂ ਹਨ, ਉਹ ਤੁਸੀਂ ਲੈ ਕੇ ਲਗਾ ਸਕਦੇ ਹੋ। ਬਿਲਕੁਲ ਕਿਸਾਨ ਵੀਰੋ, ਜੇ ਅਸੀਂ ਵਣ ਖੇਤੀ ਕਰਨੀ ਆ ਤਾਂ ਇਹਦੇ ਵਿੱਚ ਪਾਪੂਲਰ, ਸਫੈਦਾ ਅਤੇ ਬਰਮਾ ਡੇਕ, ਇਹ 3 ਜਿਹੜੇ ਬੂਟੇ ਦਰਖਤ ਅਸੀਂ ਲਗਾ ਸਕਦੇ ਹਾਂ, ਜਿਹਦੇ ਵਿੱਚ ਅਸੀਂ ਸਾਰੀਆਂ ਫਸਲਾਂ ਤਕਰੀਬਨ ਉਗਾ ਸਕਦੇ ਹਾਂ। ਸੋ ਆਪਾਂ ਇਸ ਤੋਂ ਅੱਗੇ ਜਾਣਕਾਰੀ ਡਾਕਟਰ ਕ੍ਰਿਸ਼ਨ ਲਾਲ ਜੀ ਤੋਂ ਲੈਂਦੇ ਹਾਂ ਕਿ ਇਹਦੇ ਵਿੱਚ ਕਿਹੜੀਆਂ ਫਸਲਾਂ ਕਿੰਨੇ ਸਾਲ ਤੱਕ ਅਸੀਂ ਲੈ ਸਕਦੇ ਹਾਂ। ਇਹ 'ਚ ਫਸਲਾਂ ਦੋਨੋਂ ਹੀ ਆਪਣੀਆਂ ਪ੍ਰਮੁੱਖ ਫਸਲਾਂ ਜਿਹੜੀਆਂ ਹਨ ਦੋਨੋਂ ਹੀ ਲੈ ਸਕਦੇ ਹਨ। ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਕਿ ਸਫੈਦੇ ਵਿੱਚ ਤਾਂ ਪਹਿਲੇ 4 ਸਾਲ ਆਰਾਮ ਨਾਲ ਲੈ ਸਕਦੇ ਹੋ, ਪੋਪੂਲਰ ਵਿੱਚ ਉਸ ਤੋਂ ਵੀ ਜ਼ਿਆਦਾ 5-6 ਸਾਲ ਤੱਕ ਲੈ ਸਕਦੇ ਹੋ, ਕਿਉਂਕਿ ਉਹਦੇ ਪੱਤੇ ਝੜ ਜਾਂਦੇ ਹਨ ਜੀ, ਤੇ ਦੋਨੋਂ ਨਾਲ ਚੱਲਦੇ ਹਨ।
ਤੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜੀ ਹੁਣ ਹਾਰਵੈਸਟਿੰਗ ਦੀ ਤੁਸੀਂ ਗੱਲ ਕਰਦੇ ਹੋ, ਪੱਟਣ ਦੀ ਗੱਲ ਕਰਦੇ ਹੋ, ਉਹ ਬੜੇ ਲੋਕਾਂ ਨੇ ਆਪਣੇ ਮਾਡਲ ਵੀ ਬਣਾ ਲਏ ਹਨ। ਹੁਣ ਇੱਥੇ ਤੱਕ ਹੈ ਕਈ ਲੋਕ ਇਹਨਾਂ ਨੂੰ ਛੋਟੇ ਰੱਖਦੇ ਨੇ, 4 ਸਾਲ ਜਾਂ 5 ਸਾਲ, ਸਫੈਦੇ ਨੂੰ 4 ਸਾਲ ਰੱਖਣਗੇ ਜਾਂ 5 ਸਾਲ, ਔਰ ਬਲੀਆਂ ਵੇਚ ਦੇਣਗੇ ਜੀ। ਉਹਦੀ ਇਨਕਮ ਉਨੀ ਹੀ ਲੈ ਲੈਂਦੇ ਨੇ। ਉਹਨਾਂ ਨੂੰ ਮਾਰਕੀਟਿੰਗ ਦਾ ਵੀ ਇੰਨਾ ਪਤਾ ਵੀ ਬਲੀਆਂ ਦੀ ਡਿਮਾਂਡ ਜ਼ਿਆਦਾ ਆ, ਇਸ ਕਰਕੇ ਉਹ 4 ਜਾਂ 5 ਸਾਲ ਰੱਖ ਕੇ ਬਲੀਆਂ ਪੱਟ ਕੇ ਫਿਰ ਵੇਚ ਦਿੰਦੇ ਹਨ। ਫਿਰ 1 ਤੋਂ 2 ਜਾਂ ਇੱਕ ਸਫੈਦੇ ਤੋਂ 2 ਫਿਰ 4 ਜਾਂ 5 ਸਾਲ ਲੈ ਲੈਂਦੇ ਹਨ, ਤਾਂ ਉਹਨਾਂ ਨੂੰ ਕਾਫੀ ਫਾਇਦਾ ਹੋ ਜਾਂਦਾ ਹੈ। ਬਿਲਕੁਲ ਜੀ। ਆਪਾਂ ਸਾਡੇ ਕਿਸਾਨ ਵੀਰਾਂ ਨੂੰ ਇਹ ਬੂਟੇ ਜਿਹੜੇ ਆ ਇਹ ਲਗਾਉਣ ਲਈ ਵੀ ਇੱਕ ਵਾਰੀ ਜ਼ਰੂਰ ਦੱਸੀਏ ਕਿ ਕਦੋਂ, ਕਿਹੜੇ ਸੀਜ਼ਨ ਦੇ ਵਿੱਚ ਕਿਹੜਾ ਬੂਟਾ ਲਗਾਉਣਾ ਹੈ। ਇਹ ਜਿਹੜੀਆਂ 2 ਸਪੀਸੀਆਂ ਮੈਂ ਤੁਹਾਨੂੰ ਦੱਸੀਆਂ, ਸਫੈਦਾ ਤੇ ਪਾਪੂਲਰ। ਸਫੈਦਾ ਜਿਹੜਾ ਹੈ ਉਹ ਅੱਜ ਕੱਲ੍ਹ ਕਲੋਨਲ ਅਸੀਂ ਜਿਹੜਾ ਫ੍ਰੀ ਦੇ ਰਹੇ ਹਾਂ, ਇਹ ਵੀ ਤੁਹਾਨੂੰ ਮੈਂ ਦੱਸਣਾ ਯਾਦ ਨਹੀਂ ਰਿਹਾ ਕਿ ਕਲੋਨਲ ਦੇ ਰਹੇ ਹਨ ਜੀ। ਇੱਕ ਕੁਝ ਕਿਸਮਾਂ ਹਨ ਜਿਹਨਾਂ ਦੀ ਵਾਧਾ ਬਹੁਤ ਹੋ ਰਿਹਾ ਹੈ, ਔਰ ਇਹ ਕਿਸਮਾਂ ਕੁਝ ਕਲੋਨ ਦਾ ਅਸੀਂ ਉਹਨਾਂ ਨੂੰ ਆਪਣੇ ਮਿਸ ਚੈਂਬਰ 'ਚ ਉਗਾ ਕੇ ਦੇ ਰਹੇ ਹਾਂ। ਇਹ ਤਾਂ ਮੋਸਟਲੀ ਆਪਾਂ ਬਰਸਾਤ 'ਚ ਲਾਉਂਦੇ ਹਾਂ ਕਿਉਂਕਿ ਪਾਣੀ ਮਿਲ ਜਾਂਦਾ, ਸੌਫਟ ਰਹਿੰਦੀ ਹੈ। ਲੇਕਿਨ ਹੁਣ ਤੁਹਾਨੂੰ ਪਤਾ ਅੱਜ ਕੱਲ੍ਹ ਬਰਸਾਤ ਦਾ ਥੋੜ੍ਹਾ ਟ੍ਰੈਂਡ ਬਦਲ ਰਿਹਾ, ਇਸ ਕਰਕੇ ਇਹਨੂੰ ਥੋੜ੍ਹਾ ਆਪਾਂ ਅਗਸਤ ਤੱਕ ਚਲ ਜਾਂਦੇ ਹਨ। ਅਗਸਤ ਜਾਂ ਸਤੰਬਰ ਜਦੋਂ ਪਾਣੀ ਮਿਲਦਾ ਉਦੋਂ ਲਾ ਲਓ, ਪਰ ਜਿਹਦੇ ਕੋਲ ਪਾਣੀ ਉਹ ਕਦੇ ਵੀ ਲਾ ਸਕਦਾ ਹੈ। ਲੇਕਿਨ ਜਿਹੜੀ ਦੂਸਰੀ ਹੈ ਪੋਪੂਲਰ ਹੈ, ਉਹ ਸਾਡਾ ਹਮੇਸ਼ਾ ਫੁਟਾਰੇ ਤੋਂ ਪਹਿਲਾਂ ਫਰਵਰੀ 'ਚ ਹੀ ਲੱਗਦਾ, ਕਿਉਂਕਿ ਉਹ 1 ਸਾਲ ਦਾ ਬੂਟਾ 10 ਫੁੱਟ 15 ਫੁੱਟ ਦਾ ਮਿਲਦਾ, ਲੰਬਾ ਹੁੰਦਾ, ਅਤੇ ਉਹਦੇ ਜਦੋਂ ਬਿਲਕੁਲ ਉਹ ਡੋਰਮੈਂਟ ਹੁੰਦਾ ਉਸ ਸੀਜ਼ਨ 'ਚ ਉਹਨੂੰ ਲੈ ਕੇ ਉਹ ਔਗਰ ਨਾਲ ਲਾਉਂਦੇ ਹਾਂ, ਥੋੜ੍ਹਾ ਡੀਪ ਬੋਕੀ ਤਰ੍ਹਾਂ ਲੰਬਾ ਕਰਕੇ ਡੀਪ ਲਾਉਂਦੇ ਹਾਂ ਤਾਂ ਕਿ ਉਹ ਉਹਨੂੰ ਸਟੇਬਲ ਰਹਿ ਸਕੇ। ਅਤੇ ਇਹ ਜਿਹੜਾ ਸਫੈਦਾ ਹੈ ਇਹ ਅਸੀਂ ਪਿਟ ਪਲਾਂਟਿੰਗ ਇਹਨੂੰ ਕਹਿੰਦੇ ਹਨ। 1.5 ਫੁੱਟ ਬਾਈ 1.5 ਫੁੱਟ ਅਤੇ ਉਨਾ ਹੀ ਡੂੰਘਾ ਕੱਟ ਕੇ ਅੱਧੀ ਮਿੱਟੀ ਫਿਰ ਦੁਬਾਰਾ ਵਿੱਚ ਪਾ ਦਿਓ। ਜੇ ਤੁਸੀਂ ਮਿਕਸਚਰ ਪਾ ਦਿਓਗੇ ਬਣਾ ਕੇ ਤਾਂ ਹੋਰ ਵੀ ਚੰਗਾ, ਅਤੇ ਉਹਦੇ ਵਿੱਚ ਕਰਦੇ ਹਨ। ਇਹ ਪਿਟ ਪਲਾਂਟਿੰਗ ਹੈ, ਉਹਦੀ ਵੀ ਪਿਟ ਪਲਾਂਟਿੰਗ ਹੋ ਸਕਦੀ ਹੈ। ਕਈ ਲੋਕ ਤਾਂ ਪਿਟ ਪਲਾਂਟਿੰਗ ਹੀ ਕਰ ਲੈਂਦੇ ਹਨ ਡੀਪ ਰੱਖ ਕੇ। ਜੀ ਹਾਂ। ਸੋ ਜੇ ਬਰਮਾ ਡੇਕ ਦੀ ਗੱਲ ਉਹ ਵੀ ਦੱਸ ਦਿਓ, ਜੋ ਵੀ ਪਿਟ ਪਲਾਂਟਿੰਗ ਨਾਲ ਹੀ ਕਰਨਾ। ਹਾਂ, ਉਹ ਵੀ ਤੁਹਾਨੂੰ ਥੈਲੀਆਂ 'ਚ ਬੂਟੇ ਮਿਲਣਗੇ, ਉਹ ਵੀ ਪਿਟ ਪਲਾਂਟਿੰਗ ਹੁੰਦੀ ਹੈ ਨਾਰਮਲ। ਦੇਖੋ ਦੋਸਤੋ, ਗੱਲ ਇਹ ਹੈ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਖੜੀ ਫਸਲ ਦੇ ਵਿੱਚ ਕਈ ਵਾਰੀ ਨਾ ਬੂਟੇ ਆ ਉਹ ਔਗਰ ਦੇ ਨਾਲ, ਬੋਕੀ ਨਾਲ ਗਲੀ ਕੱਢ ਕੇ ਲਗਾ ਦਿੰਦੇ ਆ, ਜਿਹੜੇ ਬੂਟੇ ਅੱਗੇ ਜਾ ਕੇ ਨਹੀਂ ਚੱਲਦੇ। ਸੋ ਤਰੀਕੇ ਅਲੱਗ-ਅਲੱਗ ਨੇ, ਆਪਾਂ ਦੁਬਾਰਾ ਫਿਰ ਇੱਕ ਵਾਰੀ ਡਿਸਕਸ ਕਰਾਂਗੇ। ਪਹਿਲਾਂ ਲੈ ਲਈਏ ਇੱਕ ਫੋਨ ਕਾਲ। ਹੈਲੋ। ਹਾਂਜੀ। ਹੈਲੋ। ਹੈਲੋ। ਹਾਂਜੀ। ਹੈਲੋ। ਜੀ ਜੀ। ਹੈਲੋ। 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 ਜਸਵਿੰਦਰ ਸਿੰਘ ਜੀ, ਤੁਹਾਡੀ ਆਵਾਜ਼ ਆ ਰਹੀ ਹੈ, ਤੁਸੀਂ ਮੈਂ ਆਪਣਾ ਜਸਵਿੰਦਰ ਸਿੰਘ ਬੋਲ ਰਿਹਾ ਜੀ। ਜੀ ਜੀ, ਤੁਸੀਂ ਆਪਣਾ ਸਵਾਲ ਕਰੋ। ਹੈਲੋ। ਹੈਲੋ। ਹਾਂ, ਜਸਵਿੰਦਰ ਸਿੰਘ ਬੋਲ ਰਿਹਾ ਜੀ। ਤੁਸੀਂ ਪਾਪੂਲਰਾਂ ਦੇ ਬੂਟਿਆਂ ਬਾਰੇ ਗੱਲ ਕਰਦੇ, ਕਿਸ਼ਨ ਲਾਲ, ਡਾਕਟਰ ਕਿਸ਼ਨ ਲਾਲ ਜੀ। ਜੀ ਜੀ। ਹਾਂਜੀ, ਤੁਹਾਡਾ ਪ੍ਰੋਗਰਾਮ ਲਈ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇਹ ਪ੍ਰੋਗਰਾਮ ਬਹੁਤ ਵਧੀਆ ਚਲਾਇਆ ਜੀ। ਤੇ ਇੱਕ ਦੱਸਿਓ ਸਰ ਵੀ ਪਾਪੂਲਰ ਦੇ ਬੂਟੇ ਜਿਹੜੇ ਆ ਇਹ ਕਿੱਥੋਂ ਤੇ ਕਿਵੇਂ ਆਸਾਨੀ ਨਾਲ ਮਿਲ ਸਕਦੇ ਆ, ਤੇ ਜੇ ਕੰਸੈਸ਼ਨ ਤੇ ਮਿਲਦੇ ਆ, ਰੈਟ ਤੇ ਮਿਲਦੇ ਜਾਂ ਫ੍ਰੀ ਹੈ, ਤੇ ਉਹਦੇ ਬਾਰੇ ਦੱਸਿਓ ਕਿੱਥੋਂ ਮਿਲਦੇ ਆ। ਜਸਵਿੰਦਰ ਸਿੰਘ ਜੀ, ਜਲੰਧਰ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਣ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਤੁਸੀਂ, ਮੈਨੂੰ ਐ ਲੱਗਦਾ ਵੀ ਸ਼ਾਇਦ ਲੇਟ ਟੀਵੀ ਦਾ ਸਵਿਚ ਔਨ ਕੀਤਾ ਆ, ਪਹਿਲਾਂ ਡਾਕਟਰ ਸਾਹਿਬ ਨੇ ਦੱਸਿਆ ਵੀ ਸੀ, ਪਰ ਅਸੀਂ ਫੇਰ ਇੱਕ ਵਾਰੀ ਤੁਹਾਨੂੰ ਦੱਸਦੇ ਹਾਂ ਕਿ ਇਹ ਬੂਟੇ ਕਿੱਥੋਂ ਲੈਣੇ ਆ। ਜੀ, ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਸਾਡੇ ਮਹਿਕਮੇ ਦੇ ਜ਼ਿਲ੍ਹੇ ਦੇ ਪੱਧਰ 'ਤੇ ਵਣ ਮੰਡਲ ਦਫ਼ਤਰ ਹਨ, ਤਹਿਸੀਲ ਪੱਧਰ 'ਤੇ ਵਣ ਰੇਂਜ ਅਫਸਰ ਹਨ। ਉੱਥੇ ਚਲੇ ਜਾਓ, ਤੁਹਾਨੂੰ ਇਹ ਸਕੀਮ ਅਧੀਨ ਇਹ ਬੂਟੇ ਫ੍ਰੀ ਮਿਲਣਗੇ, ਲੇਕਿਨ ਬੁਕਿੰਗ ਕਰਾਉਣੀ ਪਏਗੀ। ਆਲਰੇਡੀ ਪਹਿਲਾਂ ਹੀ ਕਿਊ ਹੈ, ਲੇਕਿਨ ਤੁਸੀਂ ਬੁਕਿੰਗ ਕਰਾ ਦਿਓ, ਤੁਹਾਡੀ ਵਾਰੀ ਵੀ ਜ਼ਰੂਰ ਆਏਗੀ ਔਰ ਫ੍ਰੀ ਮਿਲਣਗੇ। ਦੇਖੋ, ਜੰਗਲਾਤ ਮਹਿਕਮੇ ਦੀ ਜਿੱਥੇ ਵੀ ਤੁਹਾਨੂੰ ਕਿਤੇ ਨਰਸਰੀ ਦਿਖਦੀ ਹੈ, ਭਾਵੇਂ ਉਹ ਤਹਿਸੀਲ ਲੈਵਲ 'ਤੇ ਹੈ, ਭਾਵੇਂ ਉਹ ਜ਼ਿਲ੍ਹਾ ਲੈਵਲ 'ਤੇ ਆ, ਤੁਸੀਂ ਜਾਓ ਅਤੇ ਆਪਣੀ ਬੂਟੇ ਜਿਹੜੇ ਤੁਸੀਂ ਲੈਣੇ ਆ ਉਹ ਬੁੱਕ ਕਰਵਾਓ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਉਹ ਬੂਟੇ ਤਿਆਰ ਕਰਕੇ ਦਿੱਤੇ ਜਾਣ। ਕਿਉਂਕਿ ਇਹ ਬੂਟੇ ਇੱਦਾਂ ਤਾਂ ਹੈ ਨਹੀਂ ਵੀ ਤੁਹਾਨੂੰ ਅੱਜ ਗਏ ਅਤੇ ਅੱਜ ਹੀ ਮਿਲ ਜਾਣ, ਕਿਉਂਕਿ ਪਤਾ ਨਹੀਂ ਹੁੰਦਾ। ਪਹਿਲਾਂ ਬੁਕਿੰਗ ਬਹੁਤ ਜ਼ਿਆਦਾ ਲੰਬੀ ਚੱਲ ਰਹੀ ਹੈ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਲਾਈਨਾਂ ਕਾਫੀ ਵੱਡੀਆਂ ਲੱਗੀਆਂ ਹੋਈਆਂ ਨੇ। ਸੋ ਤੁਸੀਂ ਵੀ ਲਾਈਨ ਦੇ ਵਿੱਚ ਆਪਣਾ ਨਾਮ ਲਿਖਾਓ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਆਵਾਜ਼ ਮਾਰ ਕੇ ਬੂਟੇ ਦੇਣਗੇ। ਜੇ ਅਸੀਂ ਗੱਲ ਕਰੀਏ ਜੀ ਆਉਣ ਵਾਲੇ ਸਮੇਂ ਦੇ ਵਿੱਚ, ਜਦੋਂ ਕਣਕ ਦੀ ਫਸਲ ਖੜੀ ਹੈ, ਇਹਦੇ ਵਿੱਚ ਪਾਪੂਲਰ ਲਾਉਣਾ ਆ, ਇਹਦੇ ਵਿੱਚ ਕੋਈ ਪ੍ਰਭਾਵ ਤਾਂ ਨਹੀਂ ਪੈਂਦਾ? ਜਿਹੜੀ ਕਣਕ ਖੜੀ ਹੈ, ਜਦੋਂ ਕਿਸਾਨ ਵੀਰ ਕੋਸ਼ਿਸ਼ ਕਰਦੇ ਨੇ ਉਹ ਕਣਕ ਖੜੀ ਦੇ ਵਿੱਚ ਹੀ ਲਗਾ ਦੇਣ ਬੂਟੇ। ਨਹੀਂ, ਪਾਪੂਲਰ ਦਾ ਕੋਈ ਉਹ ਨਹੀਂ ਹੈ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਕਿ
ਸੀਜ਼ਨ ਵਿੱਚ ਬਿਲਕੁਲ ਲੀਫਲੈਸ ਪੱਤੇ ਝਾੜ ਦਿੰਦਾ ਹੈ, ਸ਼ੌਰਾ ਨਹੀਂ ਹੁੰਦਾ ਔਰ ਉਹਦੇ ਝਾੜ 'ਚ ਨੁਕਸਾਨ ਨਹੀਂ ਹੁੰਦਾ ਇਹਨੂੰ। ਬਿਲਕੁਲ ਜੀ, ਦੇਖੋ ਕਿਸਾਨ ਵੀਰੋ, ਕਣਕ ਜਦੋਂ ਖੜੀ ਹੈ ਅਸੀਂ ਫਰਵਰੀ ਦੇ ਵਿੱਚ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਕਿ ਪੋਪੂਲਰ ਲਗਾਉਣਾ ਆ, ਉਹਨੂੰ ਅਸੀਂ ਟੋਆ ਪੱਟ ਕੇ ਸਿੱਧਾ ਵੋਕੀ ਦੇ ਨਾਲ ਜਿਹੜਾ ਪੋਪੂਲਰ ਆ ਉਹ ਲਗਾਇਆ ਜਾ ਸਕਦਾ, ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਤੇ ਆਉਂਦੇ 5-4 ਸਾਲਾਂ ਦੇ ਵਿੱਚ ਅਸੀਂ ਪੂਰਾ ਝਾੜਾ ਜਿਹੜਾ ਕਣਕ ਦਾ ਵੀ ਲੈ ਸਕਦੇ ਹਾਂ ਬਰਾਬਰ, ਤੇ ਪੋਪੂਲਰ ਤੁਹਾਨੂੰ ਵਾਧੂ ਆਮਦਨ ਆ ਜਿਹੜੀ ਉਹ ਦੇਵੇਗਾ। ਜੇ ਅਸੀਂ ਪ੍ਰਤੀ ਏਕੜ ਬੂਟੇ ਲਗਾਉਣ ਦੀ ਗੱਲ ਕਰੀਏ ਜੀ, ਹਾਂਜੀ, ਤੇ ਵੈਸੇ ਤੁਸੀਂ ਦੱਸਿਆ ਸੀ, ਮੈਨੂੰ ਲੱਗਦਾ ਇੱਕ ਵਾਰੀ ਆਪਾਂ ਫੇਰ ਸਾਡੇ ਕਿਸਾਨ ਵੀਰਾਂ ਨੂੰ ਦੱਸ ਦਈਏ ਕਿੰਨੇ ਕੁ ਬੂਟੇ ਲਗਾਉਣੇ ਆ। ਉਹ ਮੈਂ ਸਟੈਂਡਰਡ ਪਹਿਲਾਂ ਹੀ ਦੱਸਿਆ ਕਿ 400 ਬੂਟਾ ਪਰ ਕਿੱਲਾ 3x3 ਜੇ ਲਾਉਣਗੇ ਸਫੈਦੇ ਦਾ। ਲੇਕਿਨ ਉਹ ਡਿਸਟੈਂਸ ਘਟਾ ਵਧਾ ਸਕਦੇ ਆ, ਜੇ ਉਹਨਾਂ ਨੇ ਖੇਤੀ ਕਰਨੀ ਹੈ ਤਾਂ ਇੱਕ ਪਾਸਿਓਂ ਡਿਸਟੈਂਸ ਵਧਾ ਲੈਣ, ਦੂਸਰੇ ਘਟਾ ਲੈਣ, ਲੇਕਿਨ ਗਿਣਤੀ ਜਿਹੜੀ ਹੈ ਉਹ ਇੰਨੀ ਰੱਖਣ ਤਾਂ ਚੰਗੇ ਬੂਟੇ ਉਹਨਾਂ ਦੀ ਗਰੋਥ ਹੁੰਦੀ ਹੈ। ਲੇਕਿਨ ਇਹਦੇ ਵਿੱਚ ਵੀ ਆਪਣੇ ਲੈਵਲ 'ਤੇ ਉਹਨਾਂ ਨੇ, ਜੇ ਕਿਸੇ ਨੇ ਬੱਲੀਆਂ ਛੋਟੇ ਲੈਵਲ 'ਤੇ ਮਤਲਬ ਬੱਲੀਆਂ ਦਾ ਕੰਟੈਕਟ ਕਈ ਨੇ ਲਿਆ ਵੀ ਕਿ ਬੱਲੀਆਂ ਦੇਣੀਆਂ ਨੇ, ਉਹ 4 ਸਾਲ ਬਾਅਦ ਹੀ ਆਪਣਾ ਦੇ ਦਿੰਦਾ ਉਹਨੂੰ ਕਟਾ ਕੇ, ਤਾਂ ਉਹ ਥੋੜ੍ਹਾ ਘੱਟ ਡਿਸਟੈਂਸ 'ਤੇ ਵੀ ਲਾ ਲੈਂਦੇ ਆ। ਉਹ ਉਹਨਾਂ ਦਾ ਆਪਣਾ, ਕੁਛ ਲੋਕਾਂ ਦਾ ਹੈਗਾ, ਉਹਨਾਂ ਦੀ ਮਾਰਕੀਟਿੰਗ ਕਿਤੇ ਹੈ ਅਤੇ ਉਹ ਕਰ ਲੈਣ, ਉਹ 'ਚ ਹੈ ਨਹੀਂ। ਪਰ ਇਹ ਜਿਹੜਾ ਅਸੀਂ ਤਾਂ ਇਹ ਰਿਕਮੈਂਡ ਕਰਦੇ ਹਾਂ ਕਿ 1000 ਤੋਂ ਜ਼ਿਆਦਾ ਇਹ ਲਾਉਣੇ ਨਹੀਂ ਚਾਹੀਦੇ। ਉਹਨਾਂ ਦੀ ਗਰੋਥ ਜਿਹੜੀ ਹੈ, ਜੇ ਤੁਸੀਂ ਫੁੱਲੀ ਗਰੋਨ ਲੈਣੇ ਆ ਤਾਂ ਫਿਰ 1000 ਹੀ ਲਾਉਣੇ ਚਾਹੀਦੇ ਆ। ਪਰ ਡਾਕਟਰ ਕ੍ਰਿਸ਼ਨ ਲਾਲ ਜੀ, ਜਦੋਂ ਕੋਈ ਫਸਲ ਖੜੀ ਹੈ ਉਹਦੇ ਵਿੱਚ ਬੂਟਾ ਵੀ ਲੱਗਿਆ ਹੋਇਆ, ਸੋ ਫਿਰ ਖਾਦ ਖੁਰਾਕ ਜਿਹੜੀ ਫਸਲ ਵਾਲੀ ਆ ਉਹ ਬਦਲ ਜਾਊਗੀ ਜਾਂ ਵੱਧ ਘੱਟ ਪਾਉਣੀ ਹੈ ਜਾਂ ਉਹੀ ਰਹੂਗੀ? ਜਿਵੇਂ ਕਣਕ ਦੀ ਫਸਲ ਨੂੰ ਅਸੀਂ 2 ਬੋਰੀਆਂ ਯੂਰੀਆ ਪਾਉਂਦੇ ਹਾਂ ਤੇ 1 ਬੋਰੀ DAP ਪਾਉਂਦੇ ਹਾਂ, ਕੀ ਫਿਰ ਇਸ ਖੇਤ ਦੇ ਵਿੱਚ ਸਾਨੂੰ ਖਾਦ ਵਧਾਉਣੀ ਪਊਗੀ? ਨਹੀਂ, ਇਹੋ ਜਿਹੀ ਨਹੀਂ ਗੱਲ। ਉਹ ਜੇ ਤਾਂ ਤੁਸੀਂ ਪਿਟ ਪਲਾਂਟਿੰਗ ਕੀਤੀ ਆ ਤਾਂ ਨੈਚੁਰਲੀ ਉਹ ਜਿਹੜਾ ਅਲੱਗ-ਅਲੱਗ ਪਿਟ ਹੈ ਉਹਦੇ 'ਚ ਤੁਹਾਨੂੰ ਉਹ ਦੇਣਾ ਪਏਗਾ, ਉਹਨੂੰ ਅਲੱਗ ਉਹਨੂੰ ਖਾਦ ਦੇ ਦਿਓ। ਜੇ ਤੁਸੀਂ ਉੱਥੇ ਇੱਕ ਖਾਲ ਵੀ ਬਣਾ ਲਈ ਹੈ, ਕਈ ਲੋਕ ਖਾਲ ਬਣਾ ਲੈਂਦੇ ਹਨ, ਤੇ ਫਿਰ ਉਹਨੂੰ ਸਪਲੀਮੈਂਟ ਕਰ ਸਕਦੇ ਹੋ, ਉਹਨੂੰ ਅਲੱਗ ਜ਼ਿਆਦਾ ਦੇ ਸਕਦੇ ਹੋ। ਨਹੀਂ ਤਾਂ ਉਹ ਜੇ ਵੈਸੇ ਲਾਏ ਆ ਪਾਪੂਲਰ ਤਾਂ ਉਹਨੂੰ ਵਧਾਉਣ ਦੀ ਲੋੜ ਨਹੀਂ ਹੈ, ਪਰ ਵਧਾ ਦਿਓ ਤਾਂ ਉਹਦੀ ਗਰੋਥ ਜਿਹੜੀ ਹੈ ਉਹ ਵਧੇਗੀ। ਇਸ ਕਰਕੇ ਉਹਨਾਂ ਨੂੰ ਪਰ ਬੂਟਾ ਵਧਾ ਦੇਣਾ ਚਾਹੀਦਾ ਹੈ। ਇੱਕ ਟ੍ਰੈਂਡ ਚੱਲਿਆ ਸੀ ਡਾਕਟਰ ਕ੍ਰਿਸ਼ਨ ਲਾਲ ਜੀ ਕਿ ਹਲਦੀ ਦੀ ਫਸਲ ਹੈ ਜਿਹੜੀ ਉਹ ਪੋਪੂਲਰ ਦੇ ਵਿੱਚ ਬਹੁਤ ਹੁੰਦੀ ਹੈ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ? ਨਹੀਂ, ਹੋ ਰਹੀ ਹੈ ਅੱਛੀ। ਮੈਂ ਤਾਂ ਆਪ ਖੁਦ ਦੇਖਿਆ, ਮੈਂ ਗੜਸ਼ੰਕਰ ਰਿਹਾ, ਗੜਸ਼ੰਕਰ ਏਰੀਆ ਵਿੱਚ ਮੈਂ ਕਾਫੀ ਦੇਖਿਆ, ਬਲਾਚੌਰ ਏਰੀਆ 'ਚ ਹਾਲੇ ਵੀ ਉਹ ਕੰਮ ਕਰਦੇ ਨੇ, ਹਲਦੀ ਫਸਲ ਲਾਉਂਦੇ ਆ, ਚੰਗਾ ਝਾੜ ਲੈ ਰਹੇ ਨੇ, ਅੱਛੇ। ਲਾ ਦੇਣੀ ਚਾਹੀਦੀ ਹੈ ਕਹਿਣ ਦਾ ਭਾਵ, ਜੇ ਕਿਤੇ ਕਿਸਾਨ ਵੀਰੋ ਦੇਖੋ ਪੋਪੂਲਰ ਜਾਂ ਅਸੀਂ ਸਫੈਦਾ ਲਗਾਇਆ ਹੋਇਆ, ਵੈਸੇ ਤਾਂ ਇਹ ਕੋਈ ਚੱਕਰ ਨਹੀਂ ਆ, ਕਿਸਾਨ ਵੀਰਾਂ ਦੀ ਧਾਰਨਾ ਹੈ ਕਿ ਸ਼ੌਰੇ ਦੇ ਵਿੱਚ ਇਹ ਹਲਦੀ ਦੀ ਫਸਲ ਜ਼ਿਆਦਾ ਹੁੰਦੀ ਹੈ, ਇੱਦਾਂ ਦੀ ਕੋਈ ਗੱਲ ਨਹੀਂ ਹੈ, ਖੁੱਲ੍ਹੇ ਖੇਤ ਦੇ ਵਿੱਚ ਵੀ ਵਧੀਆ ਹੋ ਜਾਂਦੀ ਹੈ, ਪਰ ਅਸੀਂ ਇਹਦੇ ਵਿੱਚ ਲਾ ਕੇ ਵੀ ਇਹਦੇ ਤੋਂ ਆਮਦਨ ਵਧੀਆ ਲੈ ਸਕਦੇ ਹਾਂ। ਫਿਰ ਆ ਜਾਂਦੀ ਹੈ ਜੀ ਗੱਲ ਕਟਾਈ ਦੀ ਦਰਖਤਾਂ ਦੇ। ਕਟਾਈ ਕਦੋਂ ਕੁ ਕਰਨੀ ਆ? ਜੇ ਅਸੀਂ ਪੋਪੂਲਰ ਦੀ ਗੱਲ ਕਰਦੇ ਹਾਂ, ਤੁਸੀਂ ਸਫੈਦੇ ਬਾਰੇ ਤਾਂ ਕਾਫੀ ਦੱਸਿਆ ਕਿ ਬੱਲੀਆਂ ਪਤਲੀਆਂ ਜਿੰਨੀਆਂ ਕੋ ਉਹਦੇ ਵੇਲੇ ਹੀ ਕੱਟੀਆਂ ਜਾ ਸਕਦੀਆਂ ਨੇ, ਪਰ ਜੇ ਅਸੀਂ ਪੋਪੂਲਰ ਦੀ ਜਾਂ ਵਰਮਾ ਡੇਕ ਦੀ ਗੱਲ ਕਰੀ ਤਾਂ ਉਹ ਕਿੰਨੇ ਸਾਲ ਬਾਅਦ ਕਟਾਈ ਕਰਨੀ ਆ ਉਹਦੀ, ਤੇ ਕਿਵੇਂ ਕਰਨੀ ਆ? ਫਿਰ ਪੋਪੂਲਰ ਜਿਹੜਾ ਹੈ ਨਾ, ਉਹਦਾ ਵੀ ਪ੍ਰੋਪਰ ਉਹ 7 ਜਾਂ 8 ਸਾਲ ਚਾਹੀਦੇ ਆ, ਕਿਉਂਕਿ ਇਸ ਤੋਂ ਜ਼ਿਆਦਾ ਹੋਏਗਾ ਤਾਂ ਉਹ ਪੋਪੂਲਰ ਜ਼ਿਆਦਾ ਮੈਚਿਓਰ ਹੋ ਕੇ ਉਹਨੂੰ ਖੋੜ ਪੈ ਜਾਂਦਾ ਤੇ ਉਹ ਵਿਕਦਾ ਨਹੀਂ, ਕਿਉਂਕਿ ਪੋਪੂਲਰ ਸਾਡਾ ਸਾਰਾ ਹੀ ਪਲਾਈਵੁੱਡ ਇੰਡਸਟਰੀ ਨੂੰ ਜਾਂਦਾ ਹੈ, ਇੰਨੀ ਡਿਮਾਂਡ ਹੈ ਪੋਪੂਲਰ ਦੀ ਉਹਦੇ ਵਿੱਚ। ਔਰ ਉਹ ਬੂਟੇ ਜਿਹੜੇ ਆ 6-7 ਸਾਲ ਦੇ ਜਾਂ 8 ਸਾਲ ਦੇ, ਉਹਦੀ ਪੀਲਿੰਗ ਮਤਲਬ ਅੱਛੀ ਹੁੰਦੀ ਆ ਔਰ ਉਹਨੂੰ ਪ੍ਰੈਫਰ ਕਰਦੇ ਨੇ, ਉਹਦਾ ਰੰਗ ਵੀ ਠੀਕ ਹੁੰਦਾ ਔਰ ਅੱਛੇ ਹੁੰਦੇ ਨੇ, ਉਹਨੇ ਸਾਲ ਬਾਅਦ ਹੀ ਵੱਡੇ ਜਾਂਦੇ ਆ ਜੀ। ਤੇ ਬਰਮਾ ਡੇਕ ਦੀ ਵੀ? ਬਰਮਾ ਡੇਕ ਦਾ ਟਾਈਮ ਵੀ ਤਕਰੀਬਨ ਇੰਨਾ ਹੀ ਹੈ। ਕੁਛ ਲੋਕ ਇਹਨੂੰ 8 ਸਾਲ ਤੱਕ ਲੈ ਜਾਂਦੇ ਨੇ, ਉਹ ਕਹਿੰਦੇ ਸਾਨੂੰ ਮੋਟੀ ਚਾਹੀਦੀ ਹੈ, ਉਹ ਉਹਨਾਂ ਦੀ ਆਪਣੀ ਹੈ, ਲੇਕਿਨ ਇਸ ਤੋਂ ਜ਼ਿਆਦਾ ਨਹੀਂ ਉਹਨੂੰ ਕਰਨਾ ਚਾਹੀਦਾ। ਟਾਈਮ ਇਹਦਾ ਵੀ ਇੰਨਾ ਕੀ ਹੈ ਬਰਮਾ ਡੇਕ ਦਾ ਵੀ। ਦੋਸਤੋ 7 ਸਾਲ ਤਕਰੀਬਨ ਜੇ ਅਸੀਂ ਰੱਖੀਏ ਬਰਮਾ ਡੇਕ ਤੇ ਜਿਹੜਾ ਪੋਪੂਲਰ ਆ, ਇਹਨੂੰ ਅਸੀਂ ਖੇਤ ਦੇ ਵਿੱਚ ਰੱਖ ਕੇ ਇਸ ਤੋਂ ਬਾਅਦ ਇਹਦੀ ਮਾਰਕੀਟਿੰਗ ਕਰ ਸਕਦੇ ਹਾਂ, ਸਾਨੂੰ ਚੌਖੀ ਆਮਦਨ ਜਿਹੜੀ ਉਹ ਮਿਲ ਜਾਂਦੀ ਹੈ। ਸੋ ਡਾਕਟਰ ਕ੍ਰਿਸ਼ਨ ਲਾਲ ਜੀ, ਇੱਕ ਹੋਰ ਫੋਨ ਕਾਲਰ ਆਪਣੇ ਨਾਲ ਜੁੜੇ ਨੇ। ਹੈਲੋ। ਹਾਂਜੀ, ਹੈਲੋ ਹੈਲੋ ਹੈਲੋ। ਹਾਂਜੀ ਹੈਲੋ, ਹਾਂਜੀ, ਨਮਸਕਾਰ ਜੀ। ਨਮਸਕਾਰ ਜੀ, ਨਮਸਕਾਰ। ਜਗਤਾਰ ਸਿੰਘ ਹਾਂਜੀ ਡਾਕਟਰ ਸਾਹਿਬ ਜੀ, ਪੋਪੂਲਰ ਬਾਰੇ ਪੁੱਛਣਾ ਜੀ। ਕੀ ਪੁੱਛਣਾ ਚਾਹੁੰਦੇ ਹੋ ਪੋਪੂਲਰ ਬਾਰੇ? ਆਪਣੇ ਟੀਵੀ ਸੈੱਟ ਦੀ ਆਵਾਜ਼ ਘੱਟ ਕਰੋ ਜੀ ਹਾਂਜੀ ਪਹਿਲਾਂ। ਜਗਤਾਰ ਸਿੰਘ ਜੀ।
ਹਾਂ ਜਗਤਾਰ ਸਿੰਘ ਜੀ ਸਤਰਾਣੇ ਤੋਂ ਸਤਰਾਣਾ ਹਲਕਾ। ਬਿਲਕੁਲ ਜਗਤਾਰ ਸਿੰਘ ਜੀ, ਤੁਹਾਡਾ ਅਸੀਂ ਨਾਂ ਸਾਨੂੰ ਪਤਾ ਲੱਗ ਗਿਆ, ਤੁਸੀਂ ਸ਼ੁਤਰਾਣੇ ਤੋਂ ਬੋਲਦੇ ਵੀ ਜੀ ਸਾਨੂੰ। ਆਵਾਜ਼ ਨਹੀਂ ਆਉਂਦੀ ਸਤਰਾਣੇ ਹਲਕੇ ਤੋਂ ਬੋਲਦੇ ਜੀ, ਪਪੂਲਰ ਬਾਰੇ ਪੁੱਛਣਾ ਜੀ, ਬਿਲਕੁਲ ਪਪੂਲਰ ਲਾਉਣਾ ਚਾਹੁੰਦੇ ਹਾਂ। ਚਲੋ ਠੀਕ ਆ, ਜੇ ਨਹੀਂ ਆਵਾਜ਼ ਆ ਰਹੀ ਤਾਂ ਸਾਨੂੰ ਤੁਹਾਡਾ ਸਵਾਲ ਵੀ ਸਮਝ ਹੀ ਗਿਆ ਆ। ਸੋ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਣ ਲਈ। ਡਾਕਟਰ ਸਾਹਿਬ ਇੱਕ ਵਾਰੀ ਫੇਰ ਆਪਾਂ ਦੱਸ ਹੀ ਦਈਏ ਪਾਪੂਲਰ ਬਾਰੇ, ਕਦੋਂ ਕੁ ਲਾਉਣਾ, ਕਿੰਨੇ ਬੂਟੇ ਲਾਉਣੇ ਆ? ਪੋਪੂਲਰ ਜਿਹੜਾ ਜੀ ਫਰਵਰੀ ਫੁਟਾਰੇ ਤੋਂ ਪਹਿਲਾਂ ਫਰਵਰੀ ਚ ਲਾਈਦਾ, ਤੇ ਉਹੀ 7 ਸਾਲ 8 ਸਾਲ ਇਹਨੂੰ ਰੱਖੋ ਤੇ ਫਿਰ ਇਹਨੂੰ ਵੇਚੋ ਕੱਟ ਕੇ। ਕਿੰਨੀ ਕੁ ਦੂਰੀ ਤੇ? ਇਹ ਵੀ ਤੇ ਦੁਬਾਰਾ ਦੂਰੀ ਦੱਸੋ। ਉਹੀ ਆ, ਤੁਹਾਨੂੰ ਦੱਸਿਆ ਸੀ ਵੀ 400 ਬੂਟਾ ਪਰ ਕਿੱਲੇ ਦਾ ਜਾਂ 1000 ਬੂਟਾ ਹੈਕਟੇਅਰ ਦਾ ਲਾਉਣਾ, 3 ਬਾਈ 3 3 ਮੀਟਰ ਬਾਈ 3 ਮੀਟਰ ਤੇ ਲਾਉਣਾ ਹੈ। ਲੇਕਿਨ ਜੇ ਤੁਸੀਂ ਖੇਤੀ ਕਰਨੀ ਹੈ ਤਾਂ ਇਹਨੂੰ ਆਪਣਾ ਚੇਂਜ ਕਰ ਸਕਦੇ ਹੋ, ਤੇ ਇਹ ਇਹਦਾ ਸੀਜ਼ਨ ਇਹਦਾ ਉਹੀ ਹੈ ਲਾਉਣ ਦਾ। ਸਰ ਫਿਰ ਤੁਸੀਂ ਹੁਣ ਇਹਨਾਂ ਨੂੰ ਸਾਰੇ ਸਾਡੇ ਕਿਸਾਨ ਵੀਰਾਂ ਨੂੰ ਨਾ ਇਨਕਮ ਬਾਰੇ ਜ਼ਰੂਰ ਦੱਸੋ ਕਿ ਕਿੰਨੀ ਕੁ ਹੋ ਜਾਂਦੀ ਹੈ, ਆਈਡੀਆ ਦਿਓ ਕੋਈ ਜ਼ਰੂਰ। ਇਨਕਮ ਦਾ ਮੋٹے ਤੌਰ ਤੇ ਐਕਚੁਅਲੀ ਇਹ ਦਿੱਤਾ ਤਾਂ ਨਹੀਂ ਜਾ ਸਕਦਾ ਵੀ ਇਹ ਚ ਬੂਟਿਆਂ ਦੀ ਬੜੀ ਗਿਣਤੀ ਵੱਧ ਨਹੀਂ, ਘੱਟ ਜਾਂਦੀ ਗਿਣਤੀ ਹੈ ਦੀ ਗੱਲ ਨਹੀਂ ਹੈ, ਮਾਰਕੀਟ ਦੀ ਕੰਡੀਸ਼ਨ ਤੇ ਬਹੁਤ ਡਿਪੈਂਡ ਕਰਦਾ ਜੀ। ਸਫੈਦਾ ਜਦੋਂ ਪਹਿਲਾਂ ਲੋਕਾਂ ਨੇ ਬਹੁਤ ਦੇਰ ਪਹਿਲਾਂ ਲਾਉਣਾ ਸ਼ੁਰੂ ਕਰਤਾ ਸੀ ਤਾਂ ਇੱਕ ਵਾਰੀ ਗਲਟ ਆ ਗਿਆ ਸੀ, ਲੇਕਿਨ ਉਹ ਦੁਬਾਰਾ ਤਾਂ ਨਹੀਂ ਹੋਇਆ। ਹੁਣ ਉਹ ਮਾਰਕੀਟਿੰਗ ਇਹਦੀ ਬਹੁਤ ਅੱਛੀ ਚੱਲ ਰਹੀ ਹੈ। ਇਹ ਜੇ ਤੁਸੀਂ 1000 ਬੂਟਾ ਹੈਕਟੇਅਰ ਦਾ ਲਾਇਆ ਤਾਂ 400 ਹੋ ਗਿਆ ਕਿੱਲੇ ਦਾ, ਤੇ 1000 ਜਿਹੜਾ ਹੈਕਟੇਅਰ ਦਾ ਆਇਆ ਉਹ ਇੰਨੇ ਸਾਲ ਬਾਅਦ ਅਸੀਂ ਮੰਨ ਕੇ ਚੱਲਦੇ ਹਾਂ ਕਿ 1500 ਜਾਂ 2000 ਦਾ ਬੂਟਾ ਤਾਂ ਹੋਏਗਾ ਹੀ, ਪਰ ਮਿਲਦਾ ਇਹ ਤੋਂ ਜ਼ਿਆਦਾ ਆ, ਕਿਉਂਕਿ ਕਹਿਣ ਦਾ ਭਾਵ ਅਸੀਂ ਇਹ ਕਹਿ ਲਈਏ ਮੋٹے ਤੌਰ ਤੇ ਵੀ ਸਾਨੂੰ ਘਾਟਾ ਨਹੀਂ ਪੈਂਦਾ, ਵਾਧਾ ਹੀ ਵਾਧਾ ਹੈ। ਨਾਲ ਜਿਹੜੀ ਫਸਲ ਆ ਐਡੀਸ਼ਨਲ ਉਹਦਾ ਵੀ ਸਾਨੂੰ ਇਨਕਮ ਆਊਗੀ ਤੇ ਬੂਟਿਆਂ ਦੀ ਵੀ ਇਨਕਮ ਆਊਗੀ। ਸੋ ਆਪਣੇ ਮਹਿਕਮੇ ਵੱਲੋਂ ਕੋਈ ਸੰਦੇਸ਼? ਮਹਿਕਮੇ ਵੱਲੋਂ ਇਹ ਆ ਜੀ ਕਿ RKVY ਅਧੀਨ ਫ੍ਰੀ ਸਪਲਾਈ 'ਚ ਆਪਣਾ ਪੂਰਾ ਫਾਇਦਾ ਉਠਾਓ, ਜਾਓ ਔਰ ਬੂਟੇ ਲੈ ਕੇ ਲਾਓ। ਬਿਲਕੁਲ ਡਾਕਟਰ ਕ੍ਰਿਸ਼ਨ ਲਾਲ ਜੀ, ਬਹੁਤ ਵਧੀਆ ਜਾਣਕਾਰੀ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦਿੱਤੀ ਹੈ। ਵਣ ਖੇਤੀ ਅਸੀਂ ਕਿਵੇਂ ਕਰਨੀ ਹੈ, ਉਹਦੇ ਵਿੱਚ ਕਿਹੜੇ ਕਿਹੜੇ ਬੂਟੇ ਲਗਾਉਣੇ ਆ, ਕਿੰਨੀ ਦੇਰ ਬਾਅਦ ਅਸੀਂ ਉਹਨਾਂ ਨੂੰ ਵੱਢ ਕੇ ਵਾਧੂ ਆਮਦਨ ਲੈਣੀ ਆ। ਸੋ ਤੁਹਾਡਾ ਇੰਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।